ਹੈਲੋ ਸਟੂਡੈਂਟ, ਅੱਜ ਦਾ ਆਪਣਾ ਟੌਪਿਕ ਆ ਇਲੈਕਟ੍ਰੀਕਲ ਫਾਇਰ। ਇਲੈਕਟ੍ਰੀਕਲ ਫਾਇਰ ਕਿਵੇਂ ਲੱਗਦੀ ਆ, ਕਿਹੜੀਆਂ ਗਲਤੀਆਂ ਕਰਕੇ ਇਲੈਕਟ੍ਰੀਕਲ ਇੰਸਟਾਲੇਸ਼ਨ ਕਰਕੇ, ਇੰਪਰੋਪਰ ਇੰਸਟਾਲੇਸ਼ਨ ਕਰਕੇ, ਜਾਂ ਕਿਵੇਂ ਵੀ ਕਿਹੜੀਆਂ ਗਲਤੀਆਂ ਕਰਕੇ ਜਿਹੜੀ ਇਲੈਕਟ੍ਰੀਕਲ ਫਾਇਰ ਜਾਂ ਅੱਗ ਲੱਗ ਜਾਂਦੀ ਆ, ਉਹ ਆਪਾਂ ਅੱਜ ਦੇ ਟੌਪਿਕ ਦੇ ਵਿੱਚ ਡਿਸਕਸ ਕਰਾਂਗੇ। ਫਸਟ ਆਫ ਆਲ ਪਹਿਲਾਂ ਆਪਾਂ ਡਿਸਕਸ ਕਰਾਂਗੇ ਕਾਜ਼ ਆਫ ਇਲੈਕਟ੍ਰੀਕਲ ਫਾਇਰ। ਕਿੰਨਾ ਕਾਰਨਾਂ ਕਰਕੇ ਜਿਹੜੀ ਅੱਗ ਲੱਗਦੀ ਆ। ਪਹਿਲਾਂ ਓਵਰਲੋਡਿੰਗ ਆਫ ਵਾਇਰ। ਜਦੋਂ ਇੱਕ ਵਾਇਰ ਦੇ ਉੱਤੇ ਆਪਾਂ ਜ਼ਿਆਦਾ ਲੋਡ ਪਾਵਾਂਗੇ, ਉਹਦੇ ਨਾਲ ਜਿਹੜੀ ਅੱਗ ਲੱਗਦੀ ਆ ਉਹ ਡਿਸਕਸ ਕਰਾਂਗੇ। ਇੰਪਰੋਪਰ ਮੇਨਟੇਨੈਂਸ, ਜਦੋਂ ਮੇਨਟੇਨੈਂਸ ਨਹੀਂ ਕਰਦੇ ਆਪਾਂ ਇੰਸਟਾਲੇਸ਼ਨ ਦੀ, ਇਲੈਕਟ੍ਰੀਕਲ ਇੰਸਟਾਲੇਸ਼ਨ ਦੀ ਮੇਨਟੇਨੈਂਸ ਨਹੀਂ ਹੁੰਦੀ, ਪ੍ਰੋਪਰ ਵਾਇਰਿੰਗ ਦੀ ਜਿਹੜੇ ਆਪਾਂ ਖਿਆਲ ਨਹੀਂ ਰੱਖਦੇ, ਉਹਦੇ ਨਾਲ ਜਿਹੜੀ ਫਾਇਰ ਲੱਗਦੀ ਆ, ਅੱਗ ਲੱਗਦੀ ਆ। ਜਾਂ ਇਨਕਰੈਕਟ ਫਿਊਜ਼, ਕੋਈ ਵੀ ਆਪਾਂ ਘੱਟ ਵੱਧ ਰੇਟਿੰਗ ਦਾ ਫਿਊਜ਼ ਲਾ ਦਈਏ, ਉਹਦੇ ਨਾਲ ਵੀ ਅੱਗ ਲੱਗਦੀ ਆ। ਐਕਸਪਲੋਸਿਵ ਐਟਮੋਸਫੀਅਰ, ਜਿੱਥੇ ਕਿਤੇ ਵੀ ਕੋਈ ਐਕਸਪਲੋਸਿਵ, ਜਿੱਥੇ ਐਟਮੋਸਫੀਅਰ ਦੇ ਵਿੱਚ ਐਕਸਪਲੋਸਿਵ ਕੰਪੋਨੈਂਟਸ ਪਏ ਆ, ਪ੍ਰੋਡਕਟਸ ਪਏ ਆ, ਅਤੇ ਉੱਥੇ ਆਪਾਂ ਇਲੈਕਟ੍ਰੀਕਲ ਅਪਲਾਇੰਸ ਯੂਜ਼ ਕਰਦੇ ਹਾਂ, ਤਾਂ ਐਕਸਪਲੋਸਿਵ ਐਟਮੋਸਫੀਅਰ ਦੇ ਵਿੱਚ ਵੀ ਇਹ ਉਹਦੇ ਕਾਜ਼ ਹੋ ਸਕਦਾ ਇਲੈਕਟ੍ਰੀਕਲ ਫਾਇਰ ਲੱਗਣ ਦਾ। ਫਸਟ ਆਫ ਆਲ ਪਹਿਲਾਂ ਆਪਾਂ ਡਿਸਕਸ ਕਰਾਂਗੇ ਓਵਰਲੋਡ ਆਫ ਵਾਇਰ। ਓਵਰਲੋਡਿੰਗ ਆਫ ਵਾਇਰ। Many fires are caused by overheating of a conductor due to their abnormal heavy currents. It is bad practice for a human being to connect too many electrical appliances on a one plug point by the use of adapter. Do not connect any load without checking the carrying capacity of wire. Electrical fires also occur when bare conductor come in contact with each other. ਇਹ ਕਹਿੰਦੇ ਜਦੋਂ ਆਪਾਂ ਇੱਕ ਪਲੱਗ ਦੇ ਉੱਤੇ ਇੱਕ ਤੋਂ ਜ਼ਿਆਦਾ ਜੇ ਆਪਾਂ ਲੋਡ ਪਾਵਾਂਗੇ, ਇੱਕ ਤੋਂ ਜ਼ਿਆਦਾ ਪਲੱਗ ਲਾਉਂਦੇ ਹਾਂ ਬਿਨਾਂ ਉਹਦੀ ਕਰੰਟ ਕੈਰਿੰਗ ਕਪੈਸਿਟੀ ਚੈੱਕ ਕੀਤੇ, ਉਸ ਵਾਇਰ ਦੀ ਜਿਹੜੇ ਪਲੱਗ ਦੇ ਉੱਤੇ ਆਪਾਂ ਲਾ ਰਹੇ ਹਾਂ। ਮੰਨ ਲਓ ਆਪਣਾ ਜਿਹੜਾ ਉਹ ਪਲੱਗ ਆ 5 ਐਂਪੀਅਰ ਦਾ ਪਲੱਗ ਆ, ਉਹਦੇ ਉੱਤੇ ਆਪਾਂ ਕੀ ਆ ਮਲਟੀ ਪਲੱਗ ਵਗੈਰਾ ਜਾਂ ਅਡਾਪਟਰ ਵਗੈਰਾ ਲਿਆ ਕੇ ਉਹਦੇ ਉੱਤੇ ਇੱਕ ਤੋਂ ਜ਼ਿਆਦਾ ਪਲੱਗ ਲਾ ਕੇ ਉਹ 'ਤੇ ਜ਼ਿਆਦਾ ਲੋਡ ਪਾਤਾ, ਤਾਂ ਕੀ ਆ ਉਹ ਜਿਹੜੀ ਉਹਦੇ ਨਾਲ ਵਾਇਰ ਲੱਗੀ ਆ ਉਸ ਹਿਸਾਬ ਦੇ ਨਾਲ ਲੱਗੀ ਹੋਈ ਆ, ਉਸ ਰੇਟਿੰਗ ਦੀ ਲੱਗੀ ਹੋਈ ਆ, ਅਤੇ ਉਹਦੇ ਵਿੱਚ ਸਪਾਰਕਿੰਗ ਪ੍ਰੋਡਿਊਸ ਹੋ ਕੇ ਫਾਇਰ ਲੱਗਣ ਦੇ ਚਾਂਸ ਵੱਧ ਜਾਂਦੇ ਆ। ਜਾਂ ਫਿਰ ਜੇ ਕਿਤੇ ਨੰਗਾ ਕੰਡਕਟਰ ਆ ਆਪਾਂ, ਜਾਂ ਅਨਇੰਸੂਲੇਟਡ ਕੰਡਕਟਰ ਦੇ ਕੰਟੈਕਟ ਦੇ ਵਿੱਚ ਆਉਂਦਾ, ਸ਼ਾਰਟ ਹੁੰਦਾ ਆਪਸ ਦੇ ਵਿੱਚ, ਜਦੋਂ ਸ਼ਾਰਟ ਹੁੰਦੇ ਆ ਉਸ ਦੌਰਾਨ ਵੀ ਜਿਹੜਾ ਫਾਇਰ ਲੱਗਣ ਦੇ ਚਾਂਸ ਵੱਧ ਜਾਂਦੇ ਆ। ਇਹਨਾਂ ਨੂੰ ਅਵੋਇਡ ਕਰਨ ਵਾਸਤੇ ਆਪਾਂ ਜਿਹੜੀ ਪਹਿਲਾਂ ਵਾਇਰ ਦੀ ਕਰੰਟ ਕੈਰਿੰਗ ਕਪੈਸਿਟੀ ਚੈੱਕ ਕਰਨੀ ਆ, ਉਹਦੇ ਅਕੋਰਡਿੰਗਲੀ ਆਪਾਂ ਲੋਡ ਪਾਉਣਾ ਵਾ, ਅਤੇ ਜਿੱਥੇ ਵੀ ਵੇਅਰ ਕੰਡਕਟਰ ਆ ਉੱਥੇ ਇੰਸੂਲੇਸ਼ਨ ਪ੍ਰੋਪਰ ਯੂਜ਼ ਕਰਨੀ ਆ। ਇਹਨਾਂ ਗੱਲਾਂ ਦਾ ਆਪਾਂ ਖਿਆਲ ਰੱਖਣਾ ਜੇ ਆਪਾਂ ਓਵਰਲੋਡਿੰਗ ਆਫ ਵਾਇਰ ਦੀ ਇਲੈਕਟ੍ਰੀਕਲ ਫਾਇਰ ਤੋਂ ਬਚਣਾ ਵਾ। ਨੈਕਸਟ ਪੁਆਇੰਟ ਇੰਪਰੋਪਰ ਮੇਨਟੇਨੈਂਸ। ਇਹਦੇ 'ਚ ਵੀ ਸੇਮ ਹੀ ਆ, ਜਦੋਂ ਆਪਾਂ ਕਿਸੇ ਵੀ ਕੋਈ ਇੰਸਟਾਲੇਸ਼ਨ ਆ ਉਹਦੀ ਆਪਾਂ ਮੇਨਟੇਨੈਂਸ ਨਹੀਂ ਕਰਦੇ, ਇੱਕ ਤੋਂ ਜ਼ਿਆਦਾ ਤਾਰਾਂ ਉੱਥੇ ਜੋੜੀ ਜਾਂਦੇ ਆ, ਜਿਵੇਂ ਆ ਫਿਗਰ ਦੇ ਵਿੱਚ। Fire may be caused if installation are not maintained properly. A poor joint in wiring may cause overheating, lead to fire. If insulation deteriorated, a short circuit may occur caused a heavy spark. Use of inferior quality of material also cause electrical fire. ਇਹ ਕੀ ਕਹਿੰਦੇ, ਜਿੱਥੇ ਆਪਾਂ ਪ੍ਰੋਪਰ ਮੇਨਟੇਨੈਂਸ ਨਹੀਂ ਕਰਦੇ ਅਤੇ ਪੂਅਰ ਕੁਆਲਿਟੀ ਜੋੜ ਕਿਤੇ ਢਿੱਲਾ ਹੁੰਦਾ ਵਾ, ਉਹਦੇ 'ਚ ਸਪਾਰਕ ਪ੍ਰੋਡਿਊਸ ਹੋ ਕੇ ਉੱਥੇ ਵੀ ਅੱਗ ਲੱਗਣ ਦਾ ਖਤਰਾ ਵੱਧ ਜਾਂਦਾ ਵਾ। ਫਿਰ ਕਹਿੰਦੇ ਜਿੱਥੇ ਇੰਸੂਲੇਸ਼ਨ ਡਿਟੀਓਰੇਟਡ ਹੋ ਜਾਂਦੀ ਹੈ, ਕਿਤੇ ਕੇਬਲਸ ਵਗੈਰਾ ਦੇ ਉੱਤੇ ਕਿਸੇ ਐਟਮੋਸਫੀਅਰਿਕ ਕੰਡੀਸ਼ਨ ਕਰਕੇ ਜਿਹੜੇ ਉਹਦੀ ਇੰਸੂਲੇਸ਼ਨ ਹੁੰਦੀ ਆ ਉਹ ਲੈ ਜਾਂਦੀ ਆ, ਉਹ ਆਪਾਂ ਟਾਈਮ ਬਾਏ ਟਾਈਮ ਜਿਹੜਾ ਉਹ ਚੈੱਕ ਕਰਨਾ ਵਾ। ਮੇਨਟੇਨੈਂਸ ਦੌਰਾਨ ਉਹ ਚੈੱਕ ਕਰਦੇ ਰਹਿਣਾ, ਕਿਸੇ ਦੀ ਇੰਸੂਲੇਸ਼ਨ ਜੇ ਰਿਮੂਵ ਹੋਈ ਆ ਉਹਨੂੰ ਟੇਪ ਵਗੈਰਾ ਜਾਂ ਉਹਨੂੰ ਰਿਪਲੇਸ ਕਰਕੇ ਨਵੀਂ ਕੇਬਲ ਜਿਹੜੀ ਉਹ ਪਾਉਣੀ ਆ।
ਜਾਂ ਕੋਈ ਵੀ ਅਪਲਾਈਸਿਸ ਜਿਹੜਾ ਆਪਣਾ ਖ਼ਰਾਬ ਹੋਇਆ ਵਾ ਉਹਨੂੰ ਵੀ ਰਿਮੂਵ ਕਰਕੇ, ਜਿਵੇਂ ਇੱਥੇ ਡਾਇਗਰਾਮ ਦੇ ਵਿੱਚ ਸਵਿੱਚ ਖ਼ਰਾਬ ਹੋਈਆਂ ਵਾ, ਟੁੱਟੀਆਂ ਹੋਈਆਂ ਵਾ, ਇਸ ਤਰ੍ਹਾਂ ਦੀ ਸਵਿੱਚ ਕੋਈ ਨਹੀਂ ਰੱਖਣੀ। ਜਿੱਥੇ ਕੋਈ ਵੀ ਟੁੱਟੀ ਹੋਈ ਸਵਿੱਚ ਆ ਜਾਂ ਕੋਈ ਟੁੱਟਿਆ ਹੋਇਆ ਅਪਲਾਈਸਿਸ ਦਾ ਕੋਈ ਵੀ ਜਿਹੜੀ ਸਵਿੱਚ ਟੁੱਟੀ ਹੋਈ ਆ, ਚਾਹੇ ਇਲੈਕਟ੍ਰੀਕਲ ਇੰਸਟਾਲੇਸ਼ਨ ਦੀ ਆਪਣੀ ਕੋਈ ਵੀ ਸਵਿੱਚ ਟੁੱਟੀ ਆ, ਉਹਨੂੰ ਰਿਪਲੇਸ ਕਰਕੇ ਜਿਹੜੀ ਨਵੀਂ ਸਵਿੱਚ ਉੱਥੇ ਗੁੱਡ ਕੁਆਲਿਟੀ ਦਾ ਮਟੀਰੀਅਲ ਯੂਜ਼ ਕਰਨਾ ਹਮੇਸ਼ਾ, ਕਿਉਂਕਿ ਜਿਹੜੀ ਇਲੈਕਟ੍ਰੀਕਲ ਦੇ ਵਿੱਚ ਆਪਾਂ ਗੁੱਡ ਕੁਆਲਿਟੀ ਦੇ ਅਪਲਾਈਸਿਸ ਅਤੇ ਜਿਹੜੇ ਗੁੱਡ ਕੁਆਲਿਟੀ ਦੇ ਇਕਵਿਪਮੈਂਟਸ ਯੂਜ਼ ਕਰਨੇ ਚਾਹੀਦੇ ਆ। ਇਹਦੇ ਜੇ ਆਪਾਂ ਇਹ ਨਹੀਂ ਯੂਜ਼ ਕਰਦੇ ਤਾਂ ਅੱਗ ਲੱਗਣ ਦੇ ਚਾਂਸ ਹੋਰ ਵੀ ਵੱਧ ਜਾਂਦੇ ਆ। ਨੈਕਸਟ ਪੁਆਇੰਟ ਆਪਾਂ ਡਿਸਕਸ ਕਰਾਂਗੇ, ਇਨਕਰੈਕਟ ਫਿਊਜ਼। ਮੈਜੋਰਿਟੀ ਆਫ ਫਾਇਰਸ ਆਰ ਯੂਜ਼ਡ due to incorrect capacity of a fuse. It is essential to split up the whole installation into several subcircuits. ਕਹਿੰਦਾ ਮੇਨਲੀ ਜਿਹੜਾ ਮੇਜਰ ਕਾਰਨ ਆ ਇਨਕਰੈਕਟ ਫਿਊਜ਼ਿੰਗ ਕਰਕੇ ਹੀ ਹੁੰਦਾ ਵਾ, ਕਿਉਂਕਿ ਆਪਾਂ ਜਿਹੜੀ ਕਰੰਟ ਕੈਰਿੰਗ ਕਪੈਸਿਟੀ ਚੈੱਕ ਨਹੀਂ ਕਰਦੇ, ਉਹਦੇ ਅਕੋਰਡਿੰਗਲੀ ਆਪਾਂ ਫਿਊਜ਼ ਨੂੰ ਮੇਨਟੇਨ ਨਹੀਂ ਰੱਖਦੇ। ਜਾਂ ਤਾਂ ਆਪਾਂ ਆਪਦੀ ਜਿਹੜੀ ਕਰੰਟ ਜਿਹੜਾ ਵੀ ਆਪਣੇ ਫੈਕਟਰੀ ਇੰਡਸਟਰੀ ਆ ਜਾਂ ਹੋਮ ਆ, ਉੱਥੇ ਆਪਾਂ ਕਰੰਟ ਕੈਰਿੰਗ ਕਪੈਸਿਟੀ ਵਧਾਈ ਜਾਂਦੇ ਹਾਂ। ਮਤਲਬ ਕਿ ਅੱਜ ਆਪਾਂ ਇੱਕ ਅਪਲਾਈਸਿਸ ਲਿਆਂਦਾ, ਕੱਲ੍ਹ ਨੂੰ ਦੂਜਾ ਲਿਆਂਦਾ, ਉਹੀ ਤਾਰ ਦੇ ਉੱਤੇ ਲੋਡ ਪਾਈ ਜਾਂਦੇ ਹਾਂ ਅਤੇ ਉਹੀ ਫਿਊਜ਼ ਆ ਆਪਣਾ, ਉਹਨੂੰ ਆਪਾਂ ਚੈੱਕ ਨਹੀਂ ਕਰਦੇ ਕਿ ਆਪਣਾ ਲੋਡ ਵੱਧ ਗਿਆ। ਉਸ ਹਿਸਾਬ ਦੇ ਨਾਲ ਆਪਾਂ ਫਿਊਜ਼ ਜਾਂ ਜਿਹੜੇ ਆਪਣੇ ਇਕਵਿਪਮੈਂਟ ਆ MCB ਜਾਂ ELCB ਜਾਂ RCCB, ਇਹਨਾਂ ਨੂੰ ਵੀ ਕਰੰਟ ਕੈਰਿੰਗ ਕਪੈਸਿਟੀ ਇਹਨਾਂ ਦੀ ਵੀ ਚੇਂਜ ਕਰੀਏ। ਉਹ ਨਹੀਂ ਆਪਾਂ ਚੇਂਜ ਕਰਦੇ, ਆਪਾਂ ਅਪਲਾਈਸਿਸ ਐਡ ਕਰੀ ਜਾਂਦੇ ਹਾਂ। ਇਹੀ ਮੇਜਰ ਕਾਰਨ ਹੁੰਦਾ ਕਿ ਆਪਣੇ ਜਿਹੜੇ ਅੱਗ ਲੱਗਣ ਦਾ ਕਾਰਨ ਬਣ ਜਾਂਦੇ ਆ ਫਿਊਜ਼। ਅਕੋਰਡਿੰਗ ਟੂ ਜਿਹੜਾ ਫਿਊਜ਼ ਆ ਉਹਦੇ ਕਰਕੇ ਆਪਣੇ ਜ਼ਿਆਦਾ ਖਤਰਾ ਹੋ ਜਾਂਦਾ, ਅੱਗ ਲੱਗਣ ਦਾ ਕਾਰਨ ਬਣ ਜਾਂਦਾ। ਇਹਦੇ ਵਿੱਚ ਆਪਾਂ ਨੂੰ ਸਬ ਸਰਕਟ ਜ਼ਰੂਰ ਬਣਾਉਣੇ ਚਾਹੀਦੇ ਆ, ਇੱਕ ਸਰਕਟ ਤੋਂ ਅੱਗੇ ਸਰਕਟ ਜ਼ਰੂਰ ਬਣਾਉਣੇ ਚਾਹੀਦੇ। ਇਫ ਇਟ ਇਜ਼ ਨਾਟ ਡਨ, ਓਵਰਲੋਡ ਐਂਡ ਸ਼ਾਰਟ ਸਰਕਟ ਕਾਜ਼ ਫਾਇਰ। ਜੇ ਆਪਾਂ ਨਹੀਂ ਕਰਦੇ ਤਾਂ ਓਵਰਲੋਡ ਹੋਣ ਕਰਕੇ, ਜਿਹੜੀ ਮੈਂ ਗੱਲ ਕੀਤੀ ਵੀ ਆਪਾਂ ਨਵੇਂ ਅਪਲਾਈਸਿਸ ਲਿਆਈ ਜਾਂਦੇ ਹਾਂ, ਅਤੇ ਸ਼ਾਰਟ ਸਰਕਟ ਦੇ ਕਾਜ਼ ਹੋਣ ਦਾ ਖਤਰਾ ਜ਼ਿਆਦਾ ਵੱਧ ਜਾਂਦਾ। ਪ੍ਰੋਪਰ ਪ੍ਰੋਟੈਕਟਿਵ ਡਿਵਾਈਸ ਆਰ ਨਾਟ ਇੰਪਲੋਇਡ। ਜਦੋਂ ਆਪਾਂ ਪ੍ਰੋਟੈਕਟਿਵ ਡਿਵਾਈਸ ਨਹੀਂ ਇੰਪਲੋਇਡ ਕਰਦੇ, MCB ELCB ਜਾਂ RCCB ਜਿਹੜੇ ਆਪਾਂ ਰਿਕੁਆਇਰਡ ਰੇਟਿੰਗ ਦੇ ਨਹੀਂ ਯੂਜ਼ ਕਰਦੇ, ਉਹਦੇ ਨਾਲ ਵੀ ਇਟ ਕਾਜ਼ ਇਲੈਕਟ੍ਰਿਕ ਫਾਇਰ, ਉਹਦੇ ਨਾਲ ਵੀ ਅੱਗ ਲੱਗਣ ਦਾ ਖਤਰਾ ਵੱਧ ਜਾਂਦਾ ਵਾ। ਨੈਕਸਟ 4th ਪੁਆਇੰਟ, ਐਕਸਪਲੋਜ਼ਿਵ ਐਟਮੋਸਫੀਅਰ। ਜਿੱਥੇ ਕਿਤੇ ਵੀ ਐਕਸਪਲੋਜ਼ਿਵ ਐਟਮੋਸਫੀਅਰ, ਮਤਲਬ ਕਿਤੇ ਐਟਮੋਸਫੀਅਰ ਦੇ ਵਿੱਚ ਜਿਹੜਾ ਐਕਸਪਲੋਜ਼ਿਵ ਕੰਪੋਨੈਂਟਸ ਜਾਂ ਜਿਹੜੇ ਆਪਾਂ ਕਹਿ ਲਈਏ ਪੈਟਰੋਲੀਅਮ ਪ੍ਰੋਡਕਟਸ ਜਿਹੜੇ ਪਏ ਆ, ਉੱਥੇ ਜਿਹੜਾ ਅੱਗ ਲੱਗਣ ਦਾ ਖਤਰਾ ਵੱਧ ਜਾਂਦਾ ਵਾ। ਪਹਿਲਾਂ ਆਪਾਂ ਡਿਸਕਸ ਕਰ ਲਈਏ ਕੀ ਆ। ਸਪੈਸ਼ਲ ਕੇਅਰ ਇਜ਼ ਰਿਕੁਆਇਰਡ ਵੈਨ ਯੂਜ਼ਿੰਗ ਇਲੈਕਟ੍ਰੀਕਲ ਅਪਲਾਈਸਿਸ ਇਨ ਅ ਸਿਚੁਏਸ਼ਨ ਵੇਅਰ ਐਕਸਪਲੋਜ਼ਿੰਗ ਐਟਮੋਸਫੀਅਰ about such as in garage, petrol storage tank, mines, etc. ਜਿੱਥੇ ਕਿਤੇ ਵੀ ਜ਼ਿਆਦਾ ਐਕਸਪਲੋਜ਼ਿਵ ਕੰਪੋਨੈਂਟਸ ਅਵੇਲੇਬਲ ਹੁੰਦੇ ਆ, ਉੱਥੇ ਜਦੋਂ ਆਪਾਂ ਅਪਲਾਈਸਿਸ ਯੂਜ਼ ਕਰਦੇ ਹਾਂ, ਇਲੈਕਟ੍ਰੀਕਲ ਅਪਲਾਈਸਿਸ, ਉੱਥੇ ਬਹੁਤ ਧਿਆਨ ਰੱਖਣ ਦੀ ਲੋੜ ਹੁੰਦੀ ਆ ਆਪਾਂ ਨੂੰ। ਮੰਨ ਲਓ ਗੈਰੇਜ ਆ ਕੋਈ ਵੀ, ਉੱਥੇ ਕੀ ਹੈ, ਪੈਟਰੋਲੀਅਮ ਪ੍ਰੋਡਕਟਸ ਹੁੰਦੇ ਆ, ਡੀਜ਼ਲ, ਪੈਟਰੋਲ, ਜਿਹੜੇ ਇਹ ਪ੍ਰੋਡਕਟਸ ਆ ਜਿਹੜੇ ਈਜ਼ੀਲੀ ਫਾਇਰ ਕੈਚ ਕਰ ਲੈਂਦੇ ਆ। ਫਿਰ ਪੈਟਰੋਲ ਟੈਂਕ ਜਾਂ ਪੈਟਰੋਲ ਪੰਪ ਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਅਤੇ ਉੱਥੇ ਵੀ ਜਿਹੜੇ ਅਪਲਾਈਸਿਸ ਯੂਜ਼ ਕਰਨੇ ਆ ਉਹ ਬਹੁਤ ਸਾਵਧਾਨੀ ਨਾਲ ਕਰਨੇ ਪੈਂਦੇ ਆ। ਕੋਈ ਵੀ ਜੋੜ ਨਾ ਲੱਗਿਆ ਹੋਵੇ, ਜਿਹੜੇ ਆਪਾਂ ਡਿਸਕਸ ਕੀਤੇ ਆ ਪੁਆਇੰਟ। ਅਤੇ ਜਾਂ ਮਾਈਨਸ ਜਿਹੜੀਆਂ ਆਪਾਂ ਖਾਨਾ ਪੱਟਦੇ ਆ, ਉੱਥੇ ਕੀ ਆ, ਗੈਸ ਬਣੀ ਹੁੰਦੀ ਆ, ਜਿਹਦੇ ਨਾਲ ਜਦੋਂ ਗੈਸ ਦੇ ਕੰਟੈਕਟ ਦੇ ਵਿੱਚ ਅਪਲਾਈਸਿਸ ਦੀ ਸਪਾਰਕਿੰਗ ਹੋ ਜਾਂਦੀ ਆ। ਕਿਸੇ ਵੀ ਆਪਣਾ ਪਲੱਗ ਕੋਈ ਲੱਗਿਆ ਹੋਇਆ, ਉਹਦੇ 'ਚ ਜੇ ਆਪਣਾ ਲੂਜ਼ ਜੁਆਇੰਟ ਆ ਜਾਂ ਜਿਹੜਾ ਆਪਣਾ ਪਲੱਗ ਲੂਜ਼ ਆ, ਉਹ ਸਪਾਰਕਿੰਗ ਹੋ ਗਈ ਉਹਦੀ, ਜਾਂ ਕਿਸੇ ਵੀ ਕਾਰਨ ਕਰਕੇ ਜਿਹੜੀ ਆਪਣੇ ਇਲੈਕਟ੍ਰੀਕਲ ਅਪਲਾਈਸਿਸ ਦੇ ਵਿੱਚ ਸਪਾਰਕ ਆ ਗਿਆ, ਉਹ ਜਿਹੜਾ ਇਫੈਕਟ ਕਰ ਸਕਦਾ ਵਾ। ਉਹ ਜਿਹੜਾ ਇਫੈਕਟ ਕਰਕੇ
ਫਾਇਰ ਲੱਗਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਵਾ। ਇਸ ਕਰਕੇ ਜਿੱਥੇ ਵੀ ਐਕਸਪਲੋਜ਼ਿਵ ਐਟਮੋਸਫੀਅਰ ਆ ਉੱਥੇ ਆਪਾਂ ਇਹਨਾਂ ਗੱਲਾਂ ਦਾ ਖਿਆਲ ਜ਼ਰੂਰ ਰੱਖਣਾ ਵੀ ਉੱਥੇ ਸਾਵਧਾਨੀਆਂ ਪੂਰੀਆਂ ਵਰਤਣੀਆਂ ਆਪਾਂ। ਨੈਕਸਟ, ਹਾਊ ਟੂ ਡੀਲ ਵਿਦ ਦ ਫਾਇਰ ਔਨ ਐਨ ਇਲੈਕਟ੍ਰੀਕਲ ਇੰਸਟਾਲੇਸ਼ਨ। ਜੇ ਆਪਣੇ ਕੋਲ ਇਲੈਕਟ੍ਰੀਕਲ ਇੰਸਟਾਲੇਸ਼ਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਤਾਂ ਆਪਾਂ ਕਿਵੇਂ ਡੀਲ ਕਰਨਾ ਵਾ। ਪਹਿਲਾ ਪੁਆਇੰਟ, ਫਸਟ ਸਵਿਚ ਆਫ ਦ ਸਪਲਾਈ to affected area immediately and then try to extinguish the fire with the means readily available। ਫਸਟ ਪੁਆਇੰਟ ਦੇ ਵਿੱਚ ਕਹਿੰਦੇ ਵੀ ਆਪਾਂ ਕੋਸ਼ਿਸ਼ ਕਰਨੀ ਹੈ ਕਿ ਪਹਿਲੋਂ ਆਪਾਂ ਸਪਲਾਈ ਨੂੰ ਸਵਿਚ ਆਫ ਕਰ ਦਈਏ ਜਿਹੜਾ ਵੀ ਆਪਣਾ ਏਰੀਆ ਅਫੈਕਟਡ ਆ ਇਮੀਡੀਏਟਲੀ। ਫਿਰ ਉਸ ਤੋਂ ਬਾਅਦ ਆਪਾਂ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰਨਾ ਵਾ। ਜਿਹੜਾ ਵੀ ਆਪਣੇ ਕੋਲ ਕੋਈ ਵੀ ਮੀਨਸ ਜਿਹੜਾ ਆਪਣੇ ਕੋਲ ਰੈਡੀ ਆ ਉਹਦੇ ਨਾਲ, ਚਾਹੇ ਆਪਣੇ ਕੋਲ ਜੇ ਸੈਂਡ ਅਵੇਲੇਬਲ ਆ ਉਹਦੇ ਨਾਲ, ਜੇ ਕੋਈ ਆਪਣੇ ਕੋਲ ਫੋਮ ਜਾਂ ਜਿਹੜੇ ਆਪਣੇ ਫਾਇਰ ਫਾਈਟਿੰਗ ਜਿਹੜੇ ਕੰਪੋਨੈਂਟਸ ਆ ਉਹ ਜਿਹੜੇ ਆਪਾਂ ਇੱਥੇ ਯੂਜ਼ ਕਰਨੇ ਆ। ਡੂ ਨਾਟ ਥਰੂ ਵਾਟਰ ਔਨ ਇਕੁਇਪਮੈਂਟ। ਹਮੇਸ਼ਾ ਜਦੋਂ ਇਲੈਕਟ੍ਰੀਕਲ ਫਾਇਰ ਹੁੰਦੀ ਆ ਉਦੋਂ ਕਦੇ ਵੀ ਪਾਣੀ ਨਹੀਂ ਪਾਉਣਾ ਚਾਹੀਦਾ ਕਿਸੇ ਵੀ ਇਕੁਇਪਮੈਂਟ ਦੇ ਉੱਤੇ। ਇਟ ਵਿਲ ਬੀ ਹਾਰਮਸ ਟੂ ਯੂ। ਇਹ ਆਪਾਂ ਨੂੰ ਵੀ ਹਾਰਮਸ ਹੋ ਸਕਦਾ। ਆਪਾਂ ਨੂੰ ਕੀ ਹੈ, ਜੇ ਮੰਨ ਲਓ ਉਹਦੇ 'ਚ ਕਰੰਟ ਰਹਿ ਗਿਆ ਜਾਂ ਕਰੰਟ ਚੱਲਦਾ ਪਿਆ ਵਾ, ਉਸ ਦੌਰਾਨ ਆਪਾਂ ਉਹਦੇ 'ਤੇ ਪਾਣੀ ਪਾਤਾ ਇਮੀਡੀਏਟਲੀ ਤਾਂ ਆਪਾਂ ਨੂੰ ਕਰੰਟ ਲੱਗ ਸਕਦਾ। ਬਿਕੋਜ਼ ਵਾਟਰ ਇਜ਼ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ। ਕਿਉਂਕਿ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਜਿਹੜਾ ਵਾਟਰ ਆ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ ਆ, ਜਿਹੜਾ ਉਹ ਵਾਟਰ ਦੇ ਥਰੂ ਹੋ ਕੇ ਆਪਾਂ ਨੂੰ ਕਰੰਟ ਲੱਗ ਸਕਦਾ ਵਾ। ਡੂ ਨਾਟ ਯੂਜ਼ ਫਾਇਰ ਐਕਸਟਿੰਗੁਇਸ਼ ਔਨ ਇਲੈਕਟ੍ਰੀਸਿਟੀ ਅਨਲੈਸ ਇਟ ਇਜ਼ ਸੂਟੇਬਲ ਫॉर ਦੈਟ ਪਰਪਸ। ਮਤਲਬ ਉਹੀ ਫਾਇਰ ਫਾਈਟਿੰਗ ਇਕੁਇਪਮੈਂਟਸ ਜਾਂ ਜਿਹੜੇ ਕੰਪੋਨੈਂਟਸ ਯੂਜ਼ ਕਰਨੇ ਆ ਜਿਹੜੇ ਉਹਦੇ ਵਾਸਤੇ ਸੂਟਡ ਆ ਫॉर ਇਲੈਕਟ੍ਰੀਕਲ ਫਾਇਰ ਵਾਸਤੇ। ਉਹ ਆਪਾਂ ਅੱਗੇ ਡਿਸਕਸ ਕਰਾਂਗੇ ਕਿਹੜੇ ਆਪਾਂ ਨੂੰ ਕਿਹੜੇ ਅੱਗ ਬੁਝਾਉਣ ਵਾਲੀਆਂ ਚੀਜ਼ਾਂ ਜਿਹੜੀਆਂ ਆਪਾਂ ਉਹ ਯੂਜ਼ ਕਰਨੀਆਂ ਵਾ ਇਲੈਕਟ੍ਰੀਕਲ ਫਾਇਰ ਦੇ ਉੱਤੇ ਅਤੇ ਕਿਹੜੀਆਂ ਨਹੀਂ ਕਰਨੀਆਂ। ਨੈਕਸਟ, ਵੇਅਰ ਇਲੈਕਟ੍ਰੀਕਲ ਰਬੜ ਗਲਵਜ਼ ਵਾਈਲ ਵਰਕਿੰਗ ਅਬਵ 440 ਵੋਲਟ। ਹਮੇਸ਼ਾ ਰਬੜ ਗਲਵਜ਼ ਪਾ ਕੇ ਰੱਖਣੇ ਚਾਹੀਦੇ ਆ ਜੇ ਆਪਾਂ 440 ਵੋਲਟ ਤੋਂ ਅਬਵ ਜਿਹੜਾ ਉਹ ਵੋਲਟੇਜ ਲੈਵਲ ਦੇ ਉੱਤੇ ਕੰਮ ਕਰਦੇ ਪਏ ਹਾਂ। ਲਾਸਟ ਪੁਆਇੰਟ, sufficient number of fire bucket filled with the sand and water should be kept ready at hand। ਹਮੇਸ਼ਾ ਜਿਹੜੇ ਚਾਹੇ ਆਪਣੀ ਕੋਈ ਵੀ ਫੈਕਟਰੀ ਆ ਜਾਂ ਲੈਬ ਆ ਜਾਂ ਇੰਡਸਟਰੀ ਆ ਜਿੱਥੇ ਇਲੈਕਟ੍ਰੀਕਲ ਇਕੁਇਪਮੈਂਟਸ ਦਾ ਯੂਜ਼ ਕਰਦੇ ਆ ਉੱਥੇ ਹਮੇਸ਼ਾ ਇਹ ਚੀਜ਼ਾਂ ਤਿਆਰ ਰੱਖਣੀਆਂ ਚਾਹੀਦੀਆਂ। ਸੈਂਡ ਆਫ ਬਕਟਸ ਜਾਂ ਵਾਟਰ ਜਿਹੜਾ ਜਿੱਥੇ ਆਪਾਂ ਨੂੰ ਜ਼ਿਆਦਾ ਖਤਰਾ ਲੱਗਦਾ ਵੀ ਅੱਗ ਲੱਗਣ ਦਾ ਜ਼ਿਆਦਾ ਖਤਰਾ ਵਾ। ਜਿਹੜੇ ਪੁਆਇੰਟਸ ਆਪਾਂ ਪਿੱਛੇ ਡਿਸਕਸ ਕਰ ਚੁੱਕੇ ਹਾਂ, ਪੈਟਰੋਲੀਅਮ ਜਿੱਥੇ ਐਟਮੋਸਫੀਅਰਿਕ ਐਕਸਪਲੋਜਨ ਐਟਮੋਸਫੀਅਰਿਕ ਆ ਉੱਥੇ ਇਹਨਾਂ ਦਾ ਪ੍ਰੋਪਰ ਤਿਆਰੀ ਰੱਖਣੀ ਚਾਹੀਦੀ ਹੈ ਆਪਾਂ ਨੂੰ ਜਿੰਨੇ ਵੀ ਆਪਣੇ ਫਾਇਰ ਫਾਈਟਿੰਗ ਇਕੁਇਪਮੈਂਟਸ ਵਗੈਰਾ ਵਾ। ਅੱਗੇ ਨੈਕਸਟ ਡਿਸਕਸ ਕਰਦੇ ਹਾਂ ਆਪਾਂ ਕਲਾਸੀਫਿਕੇਸ਼ਨ ਆਫ ਫਾਇਰ ਐਂਡ ਟਾਈਪਸ ਆਫ ਫਾਇਰ ਐਕਸਟਿੰਗੁਇਸ਼ ਯੂਜ਼ਡ। ਕਿਹੜੀਆਂ ਕਲਾਸੀਫਿਕੇਸ਼ਨ ਆਪਾਂ ਇਹਨੂੰ ਕਲਾਸੀਫਾਈ ਕਰਦੇ ਹਾਂ ਫਾਇਰ ਨੂੰ ਆਪਾਂ ਕਲਾਸੀਫਾਈ ਕਰਦੇ ਹਾਂ ਅਲੱਗ-ਅਲੱਗ ਤਰ੍ਹਾਂ 'ਚ। ਪਹਿਲਾਂ ਕਲਾਸੀਫਿਕੇਸ਼ਨ ਆਪਣੀ ਕਲਾਸ ਏ। Class A fire involves ordinary combination material such as cloth, wood, paper, rubber, and many plastic extinguishers with an rating as are desired to extinguish fire involving these ordinary combustible material। ਕਲਾਸ ਏ ਦੇ ਵਿੱਚ ਆਰਡੀਨਰੀ ਕੰਬਸਸ਼ਨ ਮਟੀਰੀਅਲ ਆਉਂਦਾ ਵਾ ਆਪਣਾ। ਉਹਦੇ 'ਚ ਕਿਹੜੇ ਹੁੰਦੇ ਆ, ਵੁੱਡ, ਪਲਾਸਟਿਕ, ਰਬੜ, ਕਲੋਥ ਜਾਂ ਜਿਹੜੇ ਵੀ ਹੋਰ ਪਲਾਸਟਿਕ ਪ੍ਰੋਡਕਟਸ ਆ ਇਹਨੂੰ ਆਪਾਂ ਕਲਾਸ ਏ ਦੀ ਕੈਟਾਗਰੀ ਦੇ ਵਿੱਚ ਲੈਂਦੇ ਹਾਂ। ਜਿਹੜੇ ਫਾਇਰ ਦੀ ਕਲਾਸੀਫਿਕੇਸ਼ਨ ਦੇ ਵਿੱਚ ਏ ਕੈਟਾਗਰੀ ਦੇ ਵਿੱਚ ਇਹਨਾਂ ਨੂੰ ਆਪਾਂ ਲੈਂਦੇ ਹਾਂ। ਜੇ ਆਪਣੀ ਕਿਸੇ ਵੀ ਵੁੱਡ ਫੈਕਟਰੀ ਨੂੰ ਅੱਗ ਲੱਗੀ ਆ ਜਾਂ
ਪਲਾਸਟਿਕ ਫੈਕਟਰੀ ਨੂੰ ਜਾਂ ਕਲੋਥ ਫੈਕਟਰੀ ਨੂੰ ਅੱਗ ਲੱਗੀ ਆ, ਉਹਨੂੰ ਉੱਥੇ ਆਪਾਂ ਉਹਦੇ ਅਕੋਰਡਿੰਗਲੀ ਹੀ ਫਾਇਰ ਫਾਈਟਿੰਗ ਜਿਹੜੇ ਇਕਵਿਪਮੈਂਟਸ ਆ ਉਹ ਯੂਜ਼ ਕਰਨੇ ਆ, ਜਾਂ ਫਾਇਰ ਐਕਸਟਿੰਗੁਇਸ਼ ਜਿਹੜੇ ਆਪਣੇ ਇਕਵਿਪਮੈਂਟ ਆ ਉਹ ਯੂਜ਼ ਕਰਨੇ ਆ। ਕਲਾਸ ਬੀ ਦੇ ਵਿੱਚ ਆਉਂਦੇ ਆ ਜਿਵੇਂ ਪੈਟਰੋਲੀਅਮ ਪ੍ਰੋਡਕਟਸ ਹੋ ਗਏ। Class B fire involves flammable and combustible liquids such as gasoline, alcohol, oil-based paint, liqueurs. Therefore, extinguish with a B rating are desired to extinguish fire involving flammable and combustible liquids. ਇਹਦੇ 'ਚ ਜਿਹੜੇ ਪੈਟਰੋਲੀਅਮ ਪ੍ਰੋਡਕਟਸ ਆ ਉਹ ਆਉਂਦੇ ਆ, ਤੇਲ ਵਗੈਰਾ ਜਿਹੜਾ, ਇਹਦੇ ਵਾਸਤੇ ਕਿਹੜੇ ਆਪਾਂ ਫਾਇਰ ਫਾਈਟਿੰਗਸ ਯੂਜ਼ ਕਰਨੇ ਆ ਉਹ ਅੱਗੇ ਫਰਦਰ ਆਪਾਂ ਡਿਸਕਸ ਕਰਾਂਗੇ। ਕਲਾਸ ਸੀ ਦੇ ਵਿੱਚ ਜਿਹੜੇ ਆਉਂਦੇ ਆ, ਕਲਾਸ ਸੀ ਕਿਹੜੀ ਆ, ਕਲਾਸ ਸੀ ਦੇ ਵਿੱਚ ਆਉਂਦੇ ਆ ਇਲੈਕਟ੍ਰੀਕਲ ਵਾਲੇ, ਜਿਹੜੇ ਆਪਣੇ ਇਲੈਕਟ੍ਰੀਕਲ ਇਕਵਿਪਮੈਂਟਸ ਆ ਉਹ ਕਲਾਸ ਸੀ ਦੇ ਵਿੱਚ ਆਉਂਦੇ ਆ। ਕਲਾਸ ਸੀ ਫਾਇਰ ਇਨਵੋਲਵ energized electrical equipment extinguished with the C rating are desired for use with a fire involving energized electrical equipments। ਇਹ ਜਿਹੜੇ ਕਲਾਸ ਸੀ ਦੇ ਵਿੱਚ ਆਉਂਦੇ ਆ। ਹੁਣ ਆਪਾਂ ਡਿਸਕਸ ਕਰਾਂਗੇ ਕਿਹੜੇ ਐਕਸਟਿੰਗੁਇਸ਼ ਕੰਪੋਨੈਂਟਸ ਆ ਜਿਹੜੇ ਉਹ ਇਹਨਾਂ ਦੀ ਅੱਗ ਬੁਝਾਉਣ ਦੇ ਕੰਮ ਆਉਂਦੇ ਆ। ਪਹਿਲਾਂ ਏ ਦੀ ਗੱਲ ਕਰਦੇ ਹਾਂ। ਕਲਾਸ ਏ ਮਤਲਬ ਕਿ ਪੇਪਰ, ਵੁੱਡ ਅਤੇ ਪਲਾਸਟਿਕ ਦੇ ਵਾਸਤੇ ਆਪਾਂ ਵਾਟਰ, ਫੋਮ ਅਤੇ ਡਰਾਈ ਕੈਮੀਕਲ ਯੂਜ਼ ਕਰਦੇ ਹਾਂ। ਇਹਦੇ ਵਿੱਚ ਆਪਾਂ ਕਾਰਬਨ ਡਾਈਆਕਸਾਈਡ ਨਹੀਂ ਯੂਜ਼ ਕਰਨੀ। ਜਦੋਂ ਆਪਾਂ ਬੀ ਦੀ ਗੱਲ ਕਰਦੇ ਹਾਂ ਉਹਦੇ 'ਚ ਆਪਾਂ ਵਾਟਰ ਨਹੀਂ ਯੂਜ਼ ਕਰਨਾ, ਬਾਕੀ ਤਿੰਨੇ ਯੂਜ਼ ਕਰ ਸਕਦੇ ਹਾਂ। ਫੋਮ ਕਰ ਸਕਦੇ ਹਾਂ, CO2 ਕਰ ਸਕਦੇ ਹਾਂ ਅਤੇ ਡਰਾਈ ਕੈਮੀਕਲ ਕਰ ਸਕਦੇ ਹਾਂ। ਜਿੱਥੇ ਵੀ ਪੈਟਰੋਲੀਅਮ ਪ੍ਰੋਡਕਟਸ ਆ ਉੱਥੇ ਆਪਾਂ ਇਹ ਕੰਪੋਨੈਂਟਸ ਯੂਜ਼ ਕਰਨੇ ਆ। ਮੇਨ ਜਿਹੜਾ ਆਪਣਾ ਇਲੈਕਟ੍ਰੀਕਲ ਦੀ ਗੱਲ ਕਰਦੇ ਹਾਂ, ਇਲੈਕਟ੍ਰੀਕਲ ਇਕਵਿਪਮੈਂਟਸ ਦੇ ਉੱਤੇ ਇਹ ਆਪਾਂ ਸਾਰੇ ਤਾਂ ਡਿਸਕਸ ਕਰਦੇ ਹਾਂ ਕਿਉਂਕਿ ਜੇ ਆਪਣੀ ਇਲੈਕਟ੍ਰੀਕਲ ਫਾਇਰ ਵੀ ਲੱਗਦੀ ਆ, ਉਸ ਤੋਂ ਬਾਅਦ ਜਿਹੜਾ ਉਹ ਫਾਇਰ ਅੱਗੇ ਵੁੱਡ ਨੂੰ ਕੈਚ ਕਰ ਜਾਂਦੀ ਆ ਜਾਂ ਉੱਥੇ ਪੈਟਰੋਲੀਅਮ ਪ੍ਰੋਡਕਟ ਜਿਹੜੇ ਪਏ ਆ ਉਹਨੂੰ ਕੈਚ ਕਰ ਸਕਦੀ ਹੈ। ਇਸ ਕਰਕੇ ਆਪਾਂ ਪੂਰੀ ਟੋਟਲ ਫਾਇਰਿੰਗ ਸਿਸਟਮ ਨੂੰ ਡਿਸਕਸ ਕਰਦੇ ਪਏ ਹਾਂ। ਇਲੈਕਟ੍ਰੀਕਲ ਸੀ ਟਾਈਪ ਇਲੈਕਟ੍ਰੀਕਲ ਇਕਵਿਪਮੈਂਟਸ ਦੇ ਵਿੱਚ ਆਪਾਂ ਵਾਟਰ ਨੂੰ ਨਹੀਂ ਯੂਜ਼ ਕਰਨਾ, ਫੋਮ ਨੂੰ ਨਹੀਂ ਯੂਜ਼ ਕਰਨਾ, ਉਹਦੇ 'ਚ ਆਪਾਂ CO2 ਅਤੇ ਡਰਾਈ ਕੈਮੀਕਲ ਨੂੰ ਹੀ ਯੂਜ਼ ਕਰਨਾ ਵਾ। ਨੈਕਸਟ ਕਿਹੜੇ ਇਕਵਿਪਮੈਂਟਸ ਆਪਣੇ ਯੂਜ਼ ਹੁੰਦੇ ਆ, ਟਾਈਪ ਆਫ ਫਾਇਰ ਫਾਈਟਿੰਗ ਇਕਵਿਪਮੈਂਟਸ ਜਿਹੜੇ ਯੂਜ਼ ਹੁੰਦੇ ਆ ਉਹਨਾਂ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ। ਇਹਦੇ 'ਚ ਫਸਟ ਆਫ ਆਲ ਹੋਸਟ ਰੀਲ ਆ ਜਿਹੜੀ, ਇਹ ਹਰ ਇੱਕ ਜਿਹੜਾ ਹੌਸਪੀਟਲ ਆ ਚਾਹੇ ਇੰਡਸਟਰੀ ਆ ਉਹਦੇ 'ਚ ਲੱਗੀ ਹੁੰਦੀ ਆ। ਜੇ ਇਨ ਕੇਸ ਆਫ ਕਿਸੇ ਵੀ ਕਾਰਨ ਕਰਕੇ ਜੇ ਆਪਣੇ ਅੱਗ ਲੱਗ ਜਾਂਦੀ ਹੈ ਇੰਡਸਟਰੀ, ਹੌਸਪੀਟਲ ਦੇ ਵਿੱਚ, ਤਾਂ ਈਜ਼ੀਲੀ ਜਿਹੜੇ ਇਹ ਅੱਗ ਬੁਝਾਉਣ ਵਾਸਤੇ ਆਪਾਂ ਇਹਨੂੰ ਹੋਸਟ ਰੀਲ ਨੂੰ ਆਪਾਂ ਯੂਜ਼ ਕਰਦੇ ਹਾਂ। ਇਹ ਮੇਨਲੀ ਏ ਕਲਾਸ ਫਾਇਰ ਵਾਸਤੇ ਆਪਾਂ ਯੂਜ਼ ਕਰਦੇ ਹਾਂ। ਏ ਕਲਾਸ ਦੇ ਵਿੱਚ ਕੀ ਆਉਂਦਾ ਵਾ, ਵੁੱਡ, ਪਲਾਸਟਿਕ ਜਾਂ ਰਬੜ ਵਗੈਰਾ, ਜਿਹੜਾ ਜਿੱਥੇ ਇਹਨਾਂ ਚੀਜ਼ਾਂ ਦੇ ਕਾਰਨ ਕਰਕੇ ਅੱਗ ਲੱਗਦੀ ਆ ਉੱਥੇ ਇਹ ਯੂਜ਼ ਕਰਦੇ ਹਾਂ। ਕਿਉਂਕਿ ਇਹ ਕੀ ਆ, ਇਹਦੇ ਨਾਲ ਮੇਨ ਸੋਰਸ ਇਹਦਾ ਕੀ ਹੁੰਦਾ, ਵਾਟਰ ਹੁੰਦਾ ਵਾ। ਵਾਟਰ ਦੇ ਨਾਲ ਆਪਾਂ ਅੱਗ ਬੁਝਾਉਂਦੇ ਹਾਂ। ਇਹ ਜਿਹੜੀ ਰੀਲ ਹੁੰਦੀ ਆ ਇਹਦੇ ਵਿੱਚ ਜਿਹੜੀ ਰਬੜ ਪਾਈਪ ਹੁੰਦੀ ਆ ਜਾਂ ਜਿਹੜੀ ਕਲੋਥ ਪਾਈਪ ਹੁੰਦੀ ਆ ਉਹਦੀ ਲੈਂਥ 25.4 ਮੀਟਰ ਹੁੰਦੀ ਆ ਅਤੇ ਡਾਇਆਮੀਟਰ ਉਹਦਾ 63 mm ਹੁੰਦਾ ਵਾ ਨੋਜ਼ਲ ਦਾ, ਜਿਹਦੇ ਨਾਲ ਆਪਾਂ ਇਹਨੂੰ ਖਿੱਚ ਕੇ ਖੋਲ੍ਹ ਕੇ ਕਿਤੇ ਵੀ ਅੱਗ ਬੁਝਾ ਸਕਦੇ ਹਾਂ। ਨੈਕਸਟ ਆਪਣਾ ਕਾਰਬਨ ਡਾਈਆਕਸਾਈਡ ਐਕਸਟਿੰਗੁਇਸ਼, ਜਿਹੜੀ ਇਹ ਆਪਾਂ ਯੂਜ਼ ਕਰਦੇ ਹਾਂ ਜਿੱਥੇ ਕਿਤੇ ਵੀ ਕੋਟਨ ਕਲੋਥਸ ਆ ਜਾਂ ਵੁੱਡ ਆ ਉੱਥੇ ਆਪਾਂ ਇਹਨੂੰ ਯੂਜ਼ ਕਰਦੇ ਹਾਂ। ਠੀਕ ਹੈ ਜੀ। ਨੈਕਸਟ ਆਪਣਾ ਆ ਜਾਂਦਾ ਕਾਰਬਨ ਟੈਟਰਾਕਲੋਰਾਈਡ। ਇਹ ਜਿਹੜੀ ਕਲੀਨੈਸਟ ਟਾਈਪ ਐਕਸਟਿੰਗੁਇਸ਼ ਆ ਇਹ ਆਪਾਂ ਇਲੈਕਟ੍ਰੀਕਲ ਫਾਇਰ ਵਾਸਤੇ ਯੂਜ਼ ਕਰਦੇ ਹਾਂ। ਇਹਨੂੰ ਆਪਾਂ ਇਲੈਕਟ੍ਰੀਕਲ ਫਾਇਰ ਦੇ ਉੱਤੇ ਯੂਜ਼ ਕਰ ਸਕਦੇ ਹਾਂ ਵਿਦਆਊਟ ਐਨੀ ਡੇਂਜਰ। ਇਹਨੂੰ ਆਪਾਂ ਈਜ਼ੀਲੀ ਯੂਜ਼ ਕਰ ਸਕਦੇ ਹਾਂ। ਨੈਕਸਟ ਹੈਲੋਜਨ ਐਕਸਟਿੰਗੁਇਸ਼। ਇਹ ਜਿਹੜੀ ਆਪਾਂ ਸਮੋਲ ਫਾਇਰ ਵਾਸਤੇ ਯੂਜ਼ ਕਰਦੇ ਹਾਂ।
ਜਿੱਥੇ ਕੋਈ ਵੀ ਆਪਣੀ ਟਰੈਵਲਿੰਗ ਇਕੁਇਪਮੈਂਟ ਜਿਵੇਂ ਟਰੈਵਲਿੰਗ ਵਾਸਤੇ ਕੋਈ ਵੀ ਯੂਜ਼ ਕਰਦੇ ਹਾਂ, ਜੇ ਉੱਥੇ ਅੱਗ ਲੱਗ ਜੇ, ਕਿਤੇ ਵੀ ਸਮੋਲ ਫਾਇਰ ਹੋਵੇ, ਉੱਥੇ ਆਪਾਂ ਇਹਦਾ ਯੂਜ਼ ਕਰ ਸਕਦੇ ਹਾਂ। ਇਹਨੂੰ ਉਹਦੇ ਵਾਸਤੇ ਤਾਂ ਕਹਿੰਦਾ ਮੈਂ ਵਹੀਕਲਸ ਦੇ ਵਿੱਚ, ਕਿਉਂਕਿ ਇਹਨੂੰ ਈਜ਼ੀਲੀ ਆਪਾਂ ਕੈਰੀ ਕਰ ਸਕਦੇ ਹਾਂ। ਛੋਟਾ ਕੈਨ ਹੁੰਦਾ ਵਾ ਇੱਕ ਤਰ੍ਹਾਂ ਦਾ, ਜਿਹੜਾ ਇਹਨੂੰ ਕਿਤੇ ਵੀ ਸਮੋਲ ਫਾਇਰ ਵਾਸਤੇ ਆਪਾਂ ਯੂਜ਼ ਕਰ ਸਕਦੇ ਹਾਂ। ਨੈਕਸਟ ਡਰਾਈ ਪਾਊਡਰ। ਇਹਦੇ 'ਚ ਡਰਾਈ ਪਾਊਡਰ ਹੁੰਦਾ ਵਾ ਜਦੋਂ ਇਹ ਪ੍ਰੈਸ਼ਰਾਈਜ਼ਡ ਗੈਸ ਪ੍ਰੈਸ਼ਰਾਈਜ਼ਡ ਹੁੰਦੀ ਆ ਵਾਟਰ ਫੀਲਡ ਦੇ ਨਾਲ। ਇਹਦੇ 'ਚ ਬਾਹਰ ਇੱਕ ਨੋਜ਼ਲ ਲੱਗੀ ਹੁੰਦੀ ਹੈ, ਜਿਹੜੀ ਕਿ ਨੋਜ਼ਲ ਕੀ ਸਪਰੈਡ ਕਰਦੀ ਆ ਉਹਨੂੰ, ਗੈਸ ਪਾਊਡਰ ਨੂੰ, ਡਰਾਈ ਪਾਊਡਰ ਨੂੰ, ਜਿਹੜਾ ਉਹ ਸਪਰੈਡ ਕਰਕੇ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਨੈਕਸਟ ਕੈਮੀਕਲ ਫੋਮ ਐਕਸਟਿੰਗੁਇਸ਼। ਜਿਹੜੀ ਇਹ ਫੋਮ ਦੀ ਤਰ੍ਹਾਂ ਹੁੰਦੀ ਹੈ, ਇਹਨੂੰ ਆਪਾਂ ਜਿਹੜੀ ਆ ਪੈਟਰੋਲੀਅਮ ਆਇਲ ਜਾਂ ਗਰੀਸ ਵਾਸਤੇ ਇੱਥੇ ਯੂਜ਼ ਕਰਦੇ ਹਾਂ। ਜਿੱਥੇ ਆਪਣੇ ਫਲੇਮੇਬਲ ਲਿਕੁਇਡ ਫਾਇਰ ਹੁੰਦੀ ਆ, ਉੱਥੇ ਆਪਾਂ ਮੋਸਟਲੀ ਇਹਨੂੰ ਯੂਜ਼ ਕਰਦੇ ਹਾਂ। ਡਰਾਈ ਕੈਮੀਕਲ ਹੁੰਦਾ ਇਹਦੇ 'ਚ, ਫੋਮ ਦੇ ਵਿੱਚ ਡਰਾਈ ਕੈਮੀਕਲ ਹੁੰਦਾ ਵਾ। ਨੈਕਸਟ ਆਪਣਾ ਐਕਸਟਿੰਗੁਇਸ਼ ਟਰੋਲੀ ਯੂਨਿਟ। ਇਹ ਟਰੋਲੀ ਯੂਨਿਟ ਆ ਜਿੱਥੇ ਕਿਤੇ ਵੀ ਆਪਾਂ ਨੂੰ ਜ਼ਿਆਦਾ ਜਿਹੜੇ ਕੋਈ ਬਿਗ ਇੰਡਸਟਰੀ ਆ ਜਾਂ ਕੋਈ ਆਪਣੀ ਬਿਗ ਹੋਸਪਿਟਲ ਆ, ਉੱਥੇ ਟਰੋਲੀਜ਼ ਦਾ ਯੂਜ਼ ਕੀਤਾ ਜਾਂਦਾ ਵਾ ਜਾਂ ਰੱਖੀਆਂ ਜਾਂਦੀਆਂ ਵਾ, ਤਾਂ ਕਿ ਜਿਹੜਾ ਜਦੋਂ ਲੋੜ ਪੈਣ 'ਤੇ ਇਹਨਾਂ ਟਰਾਲੀ ਕਿਉਂਕਿ ਜੇ ਕਿਤੇ ਬਿਗ ਇੰਡਸਟਰੀ ਦੇ ਵਿੱਚ ਅੱਗ ਲੱਗ ਜਾਂਦੀ ਆ, ਛੋਟੇ ਫਾਇਰ ਫਾਈਟਿੰਗ ਦੇ ਨਾਲ ਆਪਾਂ ਅੱਗ ਨਹੀਂ ਬੁਝਾ ਸਕਦੇ। ਇਸ ਕਰਕੇ ਆਪਾਂ ਨੂੰ ਵੱਡੀ ਟਰੋਲੀ ਦੀ ਰਿਕੁਆਇਰਮੈਂਟ ਪੈਂਦੀ ਹੈ, ਵੱਡੇ ਸਿਲੰਡਰ ਦੀ ਰਿਕੁਆਇਰਮੈਂਟ ਪੈਂਦੀ ਆ। ਇਸ ਕਰਕੇ ਜਿਹੜਾ ਵੱਡਾ ਸਿਲੰਡਰ ਆ ਉਹਨੂੰ ਆਪਾਂ ਨੂੰ ਕੈਰੀ ਕਰਨਾ, ਚੱਕ ਕੇ ਭੱਜਣਾ ਔਖਾ ਵਾ। ਉਹਨੂੰ ਟਰੋਲੀ ਦੇ ਉੱਤੇ ਇੰਸਟਾਲ ਕਰਕੇ ਆਪਾਂ ਰੱਖਦੇ ਹਾਂ, ਤਾਂ ਕਿ ਇਨ ਕੇਸ ਆਫ ਫਾਇਰ ਆਪਾਂ ਈਜ਼ੀਲੀ ਇਹਦਾ ਯੂਜ਼ ਕਰ ਸਕੀਏ। ਚਾਹੇ ਕੋਈ ਵੀ ਸਿਲੰਡਰ ਇਹਦੇ 'ਤੇ ਆਪਾਂ ਯੂਜ਼ ਕਰ ਸਕਦੇ ਹਾਂ। ਇਹ ਹੋ ਗਿਆ ਆਪਣਾ ਫਾਇਰ ਫਾਈਟਿੰਗ। ਅਤੇ ਜਿੰਨੇ ਵੀ ਇਹ ਫਾਇਰ ਫਾਈਟਿੰਗ ਐਕਸਟਿੰਗੁਇਸ਼ ਇਕੁਇਪਮੈਂਟ ਆ, ਇਹਨਾਂ ਨੂੰ ਆਪਾਂ ਇੰਸਪੈਕਟ ਕਰਦੇ ਆ ਜਿਹੜੇ ਫੈਕਟਰੀ ਵਗੈਰਾ ਦੇ ਵਿੱਚ ਜਾਂ ਲੈਬਸ ਦੇ ਵਿੱਚ। ਇਹਦੀ ਐਕਸਪਾਇਰੀ ਡੇਟ ਚੈੱਕ ਕਰਕੇ ਇਹਨੂੰ ਰੀਫਿਲ ਕਰਾਉਣਾ ਪੈਂਦਾ ਵਾ। ਜੇ ਇਹਦੀ ਐਕਸਪਾਇਰੀ ਖ਼ਤਮ ਹੋ ਚੁੱਕੀ ਆ ਤਾਂ ਇਹਨੂੰ ਰੀਫਿਲ ਕਰਾਉਣਾ ਪੈਂਦਾ ਵਾ। ਅਤੇ ਜਦੋਂ ਕੋਈ ਵੀ ਇੰਸਪੈਕਸ਼ਨ ਹੁੰਦੀ ਆ, ਇਹਨਾਂ ਦੀ ਚੈਕਿੰਗ ਜ਼ਰੂਰ ਕੀਤੀ ਜਾਂਦੀ ਹੈ ਵੀ ਜਿਹੜੇ ਫਾਇਰ ਫਾਈਟਿੰਗ ਇਕੁਇਪਮੈਂਟਸ ਆ ਜੇ ਉਹ ਪ੍ਰੋਪਰ ਹੈਗੇ ਆ, ਮੇਨਟੇਨਡ ਆ, ਕੋਈ ਇਹਨਾਂ ਦੀ ਐਕਸਪਾਇਰੀ ਡੇਟ ਤਾਂ ਨਹੀਂ ਨਿਕਲੀ ਹੋਈ, ਇਹ ਜ਼ਰੂਰ ਚੈੱਕ ਹੁੰਦਾ ਵਾ। ਇਹ ਹੋ ਗਿਆ ਅੱਜ ਦਾ ਆਪਣਾ ਇਲੈਕਟ੍ਰੀਕਲ ਫਾਇਰ ਦਾ ਟੋਪਿਕ। ਨੈਕਸਟ ਟਾਈਮ ਨੈਕਸਟ ਟੋਪਿਕ ਲੈ ਕੇ ਆਵਾਂਗੇ। ਥੈਂਕ ਯੂ ਵੈਰੀ ਮੱਚ।